ਤਾਂ ਆਖਰੀ 32 ਮਿੰਟ ਆਖਰੀ ਤਸਵੀਰਾਂ ਇਹਨਾਂ ਟਵਿਨ ਟਾਵਰਸ ਦੀਆਂ ਜੋ ਤਕਰੀਬਨ 13 ਸਾਲ ਤੱਕ ਲੜਾਈ ਤੋਂ ਬਾਅਦ ਹੁਣ ਭ੍ਰਿਸ਼ਟਾਚਾਰ ਦੇ ਟਾਵਰ ਡਿੱਗਣ ਜਾ ਰਹੇ ਨੇ ਔਰ ਕਾਬਿਲੇ ਗੌਰ ਹੈ ਕਿ 12 ਸੈਕਿੰਡ ਲੱਗਣਗੇ ਇਹਨਾਂ ਟਵਿਨ ਟਾਵਰਸ ਨੂੰ ਡਿੱਗਣ ਦੇ ਵਿੱਚ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ, ਮੈਂ ਹਾਂ ਤੁਹਾਡੇ ਨਾਲ ਔਰ ਅਗਲੇ 1 ਘੰਟੇ ਤੱਕ ਨਾਨ ਸਟਾਪ ਲਗਾਤਾਰ ਕਵਰੇਜ ਅਸੀਂ ਤੁਹਾਨੂੰ ਨੋਇਡਾ ਦੇ ਇਹਨਾਂ ਟਵਿਨ ਟਾਵਰਸ ਦੀ ਦਿਖਾਉਂਦੇ ਰਹਾਂਗੇ। ਕਿਉਂ ਜ਼ਰੂਰੀ ਹੈ ਅੱਜ ਪੰਜਾਬ ਦੇ ਦੇਸ਼ ਦੇ ਲੋਕਾਂ ਨੂੰ ਦੇਖਣਾ, ਕਿਉਂ ਜ਼ਰੂਰੀ ਹੈ? ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਭ੍ਰਿਸ਼ਟਾਚਾਰ ਦੀ ਪੂਰੀ ਕਹਾਣੀ ਨੂੰ ਬਿਆਨ ਕਰਦਾ ਹੈ। ਇਹ ਕਹਾਣੀ ਨੂੰ ਬਿਆਨ ਕਰਦਾ ਹੈ ਕਿ ਦੇਸ਼ ਦੇ ਵਿੱਚ ਕਾਨੂੰਨ ਤੋਂ, ਸੰਵਿਧਾਨ ਤੋਂ ਉੱਤੇ ਕੁਝ ਨਹੀਂ ਹੈ। ਇਹ ਬਿਆਨ ਕਰਦਾ ਹੈ ਕਿ ਜਿਸ ਤਰੀਕੇ ਨਾਲ ਇਹ ਭ੍ਰਿਸ਼ਟਾਚਾਰ ਦੇ ਟਾਵਰ ਬਣਾ ਦਿੱਤੇ ਗਏ, ਵੱਡੇ ਲੋਕ ਜਾਂ ਤਾਕਤਵਰ ਲੋਕ ਸੋਚਦੇ ਨੇ ਅਸੀਂ ਜੋ ਮਰਜ਼ੀ ਕਰ ਦਈਏ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਤਾਂ ਉਹਨਾਂ ਦੇ ਲਈ ਇੱਕ ਸਬਕ ਹੈ। ਅਜਿਹੇ ਟਾਵਰ ਜਾਂ ਅਜਿਹੇ ਲੋਕਾਂ ਦੇ ਨਾਲ ਜੋ ਕਾਨੂੰਨ ਇਸ ਸਮੇਂ ਕਰ ਰਿਹਾ ਹੈ ਔਰ ਇਹ ਟਵਿਨ ਟਾਵਰਸ 12 ਸੈਕਿੰਡ ਦੇ ਵਿੱਚ ਹੀ ਢਹਿ ਢੇਰੀ ਹੋ ਜਾਣਗੇ। ਮਹਾਵਿਸਫੋਟ ਦੇ ਨਾਲ 2 ਟਾਵਰ ਢਹਿ ਢੇਰੀ ਹੋਣਗੇ ਠੀਕ ਅੱਧੇ ਘੰਟੇ ਬਾਅਦ। ਔਰ ਇਹ ਜਿਹੜੀਆਂ ਤਸਵੀਰਾਂ ਅਸੀਂ ਹੁਣ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਔਰ ਇਹ ਆਖਰੀ ਤਸਵੀਰਾਂ ਨੇ ਟਵਿਨ ਟਾਵਰਸ ਦੀਆਂ। 28 ਅਗਸਤ 2022 ਦਾ ਦਿਨ ਬਹੁਤ ਧਿਆਨ ਦੇ ਨਾਲ ਤੁਸੀਂ ਵੀ ਸੋਚ ਲਵੋ ਔਰ ਸਮਝ ਲਵੋ, ਖਾਸ ਤੌਰ ਤੇ ਜਿਹੜੇ ਸਟੂਡੈਂਟਸ ਨੇ। ਇਹ ਟਾਵਰ ਦੀ ਉਚਾਈ ਕਿੰਨੀ ਹੈ, ਕਿੰਨੇ ਫਲੈਟਸ ਨੇ, ਕਿੰਨੇ ਮੀਟਰ ਲੰਬਾ ਹੈ ਔਰ ਕਿੰਨੀ ਇਹਨਾਂ ਦੀ ਦੂਰੀ ਸੀ, ਕਿਉਂ ਇਹਨਾਂ ਨੂੰ ਢਾਇਆ ਜਾ ਰਿਹਾ? ਆਉਣ ਵਾਲੇ ਸਾਲਾਂ ਦੇ ਵਿੱਚ ਕਈ ਐਗਜ਼ਾਮਸ ਦੇ ਵਿੱਚ ਵੀ ਇਹਨਾਂ ਨੂੰ ਲੈ ਕੇ ਕੁਐਸਚਨਸ ਪੁੱਛੇ ਜਾ ਸਕਦੇ ਨੇ। ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਵੀ ਬਹੁਤ ਧਿਆਨ ਦੇ ਨਾਲ ਇਹ ਦੇਖੋ, ਸਮਝੋ ਕਿ ਆਖਿਰ ਇਹ ਹੁਣ ਕੀ ਜਾ ਰਿਹਾ ਹੈ। ਤਾਂ ਵੱਡੀ ਖਬਰ ਦੇ ਉੱਤੇ ਨਿਊਜ਼ 18 ਪੰਜਾਬ ਲਗਾਤਾਰ ਬਣਿਆ ਹੋਇਆ ਔਰ ਟਵਿਨ ਟਾਵਰਸ ਦੀਆਂ ਵੱਖ-ਵੱਖ ਐਂਗਲਸ ਤੋਂ ਕੈਮਰਿਆਂ ਦੇ ਜ਼ਰੀਏ ਅਸੀਂ ਤੁਹਾਡੇ ਤੱਕ ਦਿਖਾ ਰਹੇ ਹਾਂ ਕਿ ਆਖਿਰ ਟਵਿਨ ਟਾਵਰਸ ਜਿਹੜੇ ਨੇ ਇਸਤਾ ਨਬੂਦ ਕਰ ਦਿੱਤੇ ਜਾਣਗੇ ਥੋੜੀ ਦੇਰ ਬਾਅਦ। ਔਰ ਟਵਿਨ ਟਾਵਰਸ ਨੋਇਡਾ ਦੇ ਵਿੱਚ ਮੌਜੂਦ ਨੇ। ਟਵਿਨ ਟਾਵਰਸ ਦਾ ਅਸੀਂ ਵਾਰ-ਵਾਰ ਇਸ ਕਰਕੇ ਵੀ ਜ਼ਿਕਰ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਵੀ ਅਜਿਹੇ ਹੋਣਗੇ ਜਿਨ੍ਹਾਂ ਦੇ ਨਾਲ ਬਿਲਡਰਾਂ ਨੇ ਧੋਖਾ ਕਰ ਲਿਆ, ਜਿਨ੍ਹਾਂ ਨੂੰ ਕਿਹਾ ਕੁਝ ਹੋਰ ਸੀ, ਕਰ ਕੁਝ ਹੋਰ ਦਿੱਤਾ, ਜਿਨ੍ਹਾਂ ਨੂੰ ਕਿਹਾ ਗਿਆ ਕਿ ਤੁਹਾਡੇ ਘਰ ਦੇ ਸਾਹਮਣੇ ਪਾਰਕ ਹੋਏਗਾ, ਤੁਹਾਡਾ ਘਰ ਕਾਰਨਰ ਵਾਲਾ ਹੈ, ਜਿਨ੍ਹਾਂ ਨੂੰ ਕਿਹਾ ਗਿਆ ਕਿ ਬੇਫਿਕਰ ਰਹੋ 40 ਫੁੱਟ ਦੀ ਰੋਡ ਤੁਹਾਡੇ ਘਰ ਦੇ ਅੱਗੇ ਤੋਂ ਨਿਕਲੇਗੀ, ਜਿਨ੍ਹਾਂ ਨੂੰ ਕਿਹਾ ਗਿਆ ਬੇਫਿਕਰ ਰਹੋ ਤੁਹਾਡੇ ਘਰ ਦੇ ਵਿੱਚ ਸਿੱਧਾ ਸੂਰਜ ਦੀਆਂ ਕਿਰਨਾਂ ਆਇਆ ਕਰਨਗੀਆਂ, ਜਿਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਬੇਫਿਕਰ ਰਹੋ ਤੁਹਾਡੇ ਫਲੈਟ ਦੇ ਵਿੱਚ ਹਰ ਇੱਕ ਸਹੂਲਤ ਹੋਏਗੀ, ਜਿਨ੍ਹਾਂ ਨੂੰ ਕਿਹਾ ਗਿਆ ਕਿ ਬਸ ਤੁਸੀਂ ਪੈਸੇ ਦੇਵੋ ਨਾਲ ਦੀ ਨਾਲ ਪੋਜੀਸ਼ਨ ਮਿਲੇਗੀ। ਇਹ ਪੰਜਾਬ ਤੋਂ ਲੈ ਕੇ ਨੋਇਡਾ ਤੇ ਪੂਰੇ ਦੇਸ਼ ਜਾਂ ਕਹੀਏ ਕਿ ਦੁਨੀਆ ਦੀ ਤਕਰੀਬਨ ਇੱਕੋ ਜੀ ਕਹਾਣੀ ਹੈ ਕਿ ਇੱਥੇ ਬਿਲਡਰਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠਦੇ ਨੇ। ਹਾਲਾਂਕਿ ਇੱਥੇ ਵੀ ਸਾਫ਼ ਕਰ ਦਈਏ, ਜੋ ਅਸੀਂ ਲਗਾਤਾਰ ਕਹਿੰਦੇ ਹਾਂ ਕਿ ਪੰਜੋਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਔਰ ਬਹੁਤ ਸਾਰੇ ਅਜਿਹੇ ਵੀ ਨੇ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕਰਕੇ ਬਿਲਡਰਾਂ ਦੇ ਤੌਰ ਦੇ ਉੱਤੇ ਕੰਮ ਕੀਤਾ ਆਮ ਲੋਕਾਂ ਦੇ ਲਈ। ਖੈਰ ਕੁਝ ਹੀ ਮਿੰਟ ਬਾਕੀ ਨੇ, ਹੁਣ 27 ਮਿੰਟ ਬਾਕੀ ਨੇ। 27 ਮਿੰਟ ਬਾਅਦ ਧਮਾਕਾ ਹੋਏਗਾ ਔਰ ਉਸ ਤੋਂ ਬਾਅਦ ਜਿਹੜੇ ਟਵਿਨ ਟਾਵਰਸ ਨੇ ਖਤਮ ਹੋ ਜਾਣਗੇ। ਤਾਂ ਆਖਰੀ ਤਸਵੀਰਾਂ ਟਵਿਨ ਟਾਵਰਸ ਦੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਬਹੁਤ ਧਿਆਨ ਦੇ ਨਾਲ ਤੁਸੀਂ ਦੇਖ ਰਹੇ ਹੋ, ਅਸੀਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। 12 ਸੈਕਿੰਡ ਦਾ ਬਲਾਸਟ ਹੋਏਗਾ। ਸਿੱਧਾ ਰੁਕ ਕਰਦੇ ਹਾਂ ਅਸੀਂ ਸਾਡੇ ਸਹਿਯੋਗੀ ਇਸ ਸਮੇਂ ਫਰਾਹ ਖਾਨ ਇਹਨਾਂ ਟਵਿਨ ਟਾਵਰਸ ਦੇ ਨੇੜੇ ਮੌਜੂਦ ਨੇ ਔਰ ਕਰੀਬ 27 ਮਿੰਟ ਬਾਕੀ ਨੇ ਜਦੋਂ ਟਵਿਨ ਟਾਵਰਸ ਨੂੰ ਢਹਿ ਢੇਰੀ ਕੀਤਾ ਜਾਣਾ। मैं सीधा रुक करते हैं फराह दा। फराह ओवर टू यू। जानना चाहेंगे इस समय क्या कुछ माहौल है और ये भी जानना चाहेंगे कि जो बहुत नजदीक जर्नलिस्ट पहुंचे हुए हैं इंक्लूडिंग यू, तो किस तरह से उनको भी दूर होने के लिए बोला गया है, कितनी दूरी रखने के लिए बोला गया है और इस समय क्या कुछ वहां पर माहौल है? सबसे पहले तो मैं अपने दर्शकों को ये दिखाना चाहूंगी जहां मैं मौजूद हूं, ट्विन टावर वहां से आपको दिख रहा होगा। ये एक पार्क है, यहाँ सिर्फ जर्नलिस्ट ही मौजूद नहीं है, यहाँ पर तमाम लोग आपको दिखेंगे कि यहाँ पर लोगों के अंदर इतना उत्साह है कि आप देख सकते हैं कि भारी भीड़ लोगों की आपको यहाँ पर दिखेगी। मैं चाहूंगी कैमरा पर्सन पैन कर एक बार दिखाएं कि लोग किस तरीके से यहाँ अपने फोन्स के साथ आए हुए हैं, वेट कर रहे हैं कि कब इस बिल्डिंग को ध्वस्त किया जाएगा। ये भीड़ आपको बता रही है कि कुछ लोगों के अंदर तो चिंताएं भी हैं लेकिन कुछ लोग बहुत ज़्यादा उत्सुक हैं। लोगों के अंदर एक क्रेज़ है ये देखने का कि कब ये जो बिल्डिंग है इसको ध्वस्त किया जाएगा, इस टावर को ध्वस्त किया जाएगा, एक करप्शन के टावर को ध्वस्त किया जाएगा। अगर हम बात करें सिक्योरिटी पर्पज से, सेफ्टी पर्पज से, तो देखिए शुरुआत से ही ये सारे मीजर्स लिए जा रहे हैं। पुलिस की तरफ से सख्ती से आदेश हैं कि कोई भी अपनी बालकनीज के बाहर नहीं दिखेगा, क्योंकि जब इस टावर को ढाया जाएगा, ये ज़मींदोज़ होगा, तो उसके बाद एक ये माना जा रहा है कि बहुत ज़्यादा धूल का गुबार उठेगा और जब ये उठेगा तो
बहुत सारे लोगों को समस्या हो सकती है। देखिए हम भी जहाँ हैं, जैसा कि आपने कहा, बहुत सारे जर्नलिस्ट यहाँ हैं, मैं भी यहाँ मौजूद हूँ। तो यहाँ पर आप देख सकते हैं कि दूरी है और यहाँ पर आसपास एम्बुलेंस का जो है वो इंतज़ाम किया गया है, पुलिस चप्पे चप्पे पर है और इस बात पर निगरानी रखी जा रही है कि कुछ भी ऐसा ना हो। और सबसे अच्छी चीज़ मैं आपको दिखाना चाहूँगी, यहाँ पर एक छोटा सा बच्चा भी आया है जिसके पास एक मैसेज है, जो अपनी बात रखना चाह रहा है क्योंकि उसको ब्लास्ट से डर लग रहा है। जाहिर सी बात है, आवाज़ जब गूंजेगी बच्चे डरते हैं। ये क्या मैसेज है और आपने क्यों लिखा है? मैंने इसलिए लिखा है ताकि जो दूसरे रेजिडेंट्स हैं, उनको भी बहुत डिस्टर्बेंस होगी। अच्छा, और आपको भी डर लगेगा ब्लास्ट से? हाँ। तो देखिए यहाँ पर आप देख सकते हैं एक छोटा बच्चा भी मौजूद है, उसको भी उसका कहना है कि हमें ब्लास्ट से डर लगेगा और रेसिडेंट्स को दिक्कत होगी। तमाम दिक्कतें लोगों को हो रही हैं, लोगों ने अपने घर शिफ्ट किए हैं और आप इस बात का अंदाज़ा लगा सकते हैं, ये जो हाइट आप देख रहे हैं, जब ये ब्लास्ट होगा तो ये बहुत ह्यूज आवाज़ आएगी और इस बात का भी ध्यान रखा गया है कि बच्चों को और सबको यहाँ से हटाया जाए। तो देखिए कुछ ही मिनट बचे हैं, कुछ ही आप कह सकते हैं घंटे, मतलब आधा घंटा बचा है और लोगों का जो काउंटडाउन है वो अभी शुरू हो चुका है और थोड़ी ही देर में ये मेरे ठीक पीछे जो आपको ट्विन टावर दिख रहा है ये ध्वस्त होता दिखेगा। ਬਿਲਕੁਲ ਫਰਾ ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਹ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਜ਼ਰੀਏ ਦਿਖਾਉਂਦੇ ਰਹਾਂਗੇ ਦਰਸ਼ਕਾਂ ਨੂੰ ਔਰ ਤਸਵੀਰਾਂ ਪਹੁੰਚਾਉਂਦੇ ਰਹਾਂਗੇ। ਟਵਿਨ ਟਾਵਰਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਜੋ ਜ਼ਿਕਰ ਫਰਾਹ ਸਾਡੇ ਸਹਿਯੋਗੀ ਕਰ ਰਹੇ ਨੇ ਕਿ ਕੁਝ ਹੀ ਪਲਾਂ ਬਾਅਦ, ਹੁਣ ਤੋਂ ਕਰੀਬ 25 ਮਿੰਟ ਬਾਅਦ, 23-24 ਮਿੰਟ ਬਾਅਦ ਜਿਹੜੇ ਟਵਿਨ ਟਾਵਰਸ ਬਹੁਤ ਦੂਰ ਤੋਂ ਨਜ਼ਰ ਆਉਂਦੇ ਸੀ, ਇਹ ਹੁਣ ਖਤਮ ਹੋ ਜਾਣਗੇ। ਇਹਨਾਂ ਨੂੰ ਢਹਿ ਢੇਰੀ ਕਰਨ ਦੇ ਆਦੇਸ਼ ਸੁਪਰੀਮ ਕੋਰਟ ਨੇ ਦਿੱਤੇ ਨੇ ਤੇ ਉਸ ਤੋਂ ਬਾਅਦ 2 ਵਾਰੀ ਡੈਡਲਾਈਨ ਖਤਮ ਹੋ ਗਈ ਤੇ ਹੁਣ 28 ਅਗਸਤ 2022 ਯਾਨੀ ਕਿ ਅੱਜ ਐਤਵਾਰ ਦਾ ਦਿਨ 2:30 ਯਾਨੀ 2:30 ਵਜੇ ਜਿਹੜੇ ਇਹ ਟਵਿਨ ਟਾਵਰਸ ਨੇ ਇਹਨਾਂ ਨੂੰ ਬਿਲਕੁਲ ਢਹਿ ਢੇਰੀ ਕਰ ਦਿੱਤਾ ਜਾਏਗਾ ਔਰ ਸੈਂਕੜੇ ਟਰੱਕ ਮਲਬਾ ਇਸ ਦੇ ਵਿੱਚੋਂ ਨਿਕਲੇਗਾ। ਬਹੁਤ ਸਾਰੇ ਤੱਥ ਨੇ ਜੋ ਲਗਾਤਾਰ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਇਨਫੈਕਟ ਬਹੁਤ ਸਾਰੇ ਦਰਸ਼ਕ ਸਾਡੇ ਇਸ ਦੇ ਬਾਰੇ ਜਾਣਦੇ ਹੋਣਗੇ। ਮੈਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਆਖਿਰ ਇਹ ਕਿਉਂ ਜ਼ਰੂਰੀ ਹੈ ਕਿ ਅੱਜ ਇਹ ਤਸਵੀਰਾਂ ਖਾਸ ਤੌਰ ਤੇ ਉਹ ਬਿਲਡਰ ਦੇਖਣ ਜਿਨ੍ਹਾਂ ਨੂੰ ਲੱਗਦਾ ਕਿ ਨਹੀਂ ਕੁਝ ਨਹੀਂ ਹੁੰਦਾ, ਜੋ ਮਰਜ਼ੀ ਕਰ ਲਓ, ਅਦਾਲਤਾਂ ਦੇ ਵਿੱਚ ਕੇਸ ਚੱਲਦੇ ਰਹਿਣਗੇ, ਕੋਈ ਫਰਕ ਨਹੀਂ ਪੈਂਦਾ। ਤਾਂ ਇਹ ਉਹਨਾਂ ਲੋਕਾਂ ਦੇ ਲਈ ਹੈ, ਇਹ ਉਹਨਾਂ ਬਿਲਡਰਾਂ ਦੇ ਲਈ ਇੱਕ ਸਬਕ ਹੈ ਭ੍ਰਿਸ਼ਟਾਚਾਰ ਦੇ ਉਸ ਪੂਰੇ ਸਿਸਟਮ ਦੇ ਉੱਤੇ ਜਿਹੜੀ ਇੱਕ ਕਰਾਰੀ ਸੱਟ ਤੁਸੀਂ ਕਹਿ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਟਾਵਰ ਢਾਏ ਜਾ ਰਹੇ ਨੇ। ਇਹ ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਇੰਨੀ ਉੱਚੀ ਬਿਲਡਿੰਗ ਨੂੰ ਢਾਉਣ ਦੇ ਆਦੇਸ਼ ਦੇ ਦਿੱਤੇ ਗਏ ਹੋਣ ਤੇ ਉਹਨਾਂ ਆਦੇਸ਼ਾਂ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ। ਇਹ ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਕੁਤੁਬ ਮੀਨਾਰ ਤੋਂ ਵੀ ਉੱਚੀ ਬਿਲਡਿੰਗ ਨੂੰ ਢਾਉਣ ਦੇ ਆਦੇਸ਼ ਦਿੱਤੇ ਗਏ ਹੋਣ। ਇਹ ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ 99 ਮੀਟਰ ਜਿਹੜੀ ਕਰੀਬ 102 ਮੀਟਰ ਉੱਚੀ ਬਿਲਡਿੰਗ ਹੈ ਉਸ ਨੂੰ ਢਾਉਣ ਦੇ ਆਦੇਸ਼ ਦਿੱਤੇ ਗਏ ਹੋਣ। ਔਰ ਜਿਸ ਤਰੀਕੇ ਦੇ ਨਾਲ ਖਾਸ ਤੌਰ ਤੇ ਨੋਇਡਾ ਦੇ ਪੂਰੇ ਇਲਾਕੇ ਦੇ ਵਿੱਚ, ਨੋਇਡਾ, ਗ੍ਰੇਟਰ ਨੋਇਡਾ ਦੇ ਪੂਰੇ ਇਲਾਕੇ ਦੇ ਵਿੱਚ ਬਹੁਤ ਧੜੱਲੇ ਦੇ ਨਾਲ ਇਹ ਟਾਵਰਸ ਬਣੇ ਨੇ, ਬਹੁਤ ਧੜੱਲੇ ਦੇ ਨਾਲ ਬਿਲਡਿੰਗਸ ਉੱਥੇ ਬਣੀਆਂ ਨੇ। ਬਹੁਤ ਵੱਡੀ ਗਿਣਤੀ ਦੇ ਵਿੱਚ ਦੇਸ਼ ਭਰ ਤੋਂ ਲੋਕ ਆਉਂਦੇ ਨੇ ਜਿਹੜੇ ਦਿੱਲੀ ਦੇ ਵਿੱਚ ਆਪਣਾ ਰੋਜ਼ਗਾਰ ਕਰਦੇ ਨੇ, ਨੌਕਰੀ ਕਰਦੇ ਨੇ। ਇਸ ਕਰਕੇ ਦਿੱਲੀ ਦੀਆਂ ਜਿਹੜੀਆਂ ਸਰਾਊਂਡਿੰਗ ਥਾਵਾਂ ਨੇ ਉੱਥੇ ਜਿਹੜੇ ਬਿਲਡਰਸ ਨੇ ਉਹਨਾਂ ਨੇ ਬਹੁਤ ਵੱਡੇ ਵੱਡੇ ਟਾਵਰ ਬਣਾ ਕੇ ਲੋਕਾਂ ਨੂੰ ਵੇਚੇ ਔਰ ਇਹ ਬਿਲਡਰਸ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਰਹੇ ਨੇ। ਔਰ ਕਾਬਿਲ ਗੌਰ ਹੈ ਕਿ ਜਿਨ੍ਹਾਂ ਨੇ ਇਹਨਾਂ ਟਾਵਰਸ ਦੇ ਵਿੱਚ ਫਲੈਟ ਵੀ ਲਏ ਜਾਂ ਫਿਰ ਬੁੱਕ ਕਰਵਾਏ ਉਹਨਾਂ ਨੂੰ ਵੀ ਬਹੁਤ ਲੰਬਾ ਇੰਤਜ਼ਾਰ ਕਰਨਾ ਪਿਆ। ਇਨਫੈਕਟ ਹੁਣ ਤੱਕ ਇਹ ਵੀ ਜਾਣਕਾਰੀ ਹੈ ਕਿ ਕਈਆਂ ਨੂੰ ਤਾਂ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਔਰ ਕਈ ਲੋਕ ਅਜਿਹੇ ਨੇ ਜੋ ਜੰਗ ਲੜਦੇ ਰਹੇ ਇਹਨਾਂ ਵੱਡੇ ਬਿਲਡਰਸ ਦੇ ਖਿਲਾਫ ਤੇ ਉਸ ਤੋਂ ਬਾਅਦ ਨਤੀਜਾ ਇਹ ਹੈ ਕਿ ਅੱਜ ਇਹ ਦੋਵੇਂ ਟਾਵਰਸ ਨੂੰ ਢਾਇਆ ਜਾਣਾ ਹੈ। ਤਾਂ ਕਰਪਸ਼ਨ ਦੇ ਟਾਵਰ ਦੇ ਉੱਤੇ ਮਹਾਵਿਸਫੋਟ ਠੀਕ 22 ਮਿੰਟ ਬਾਅਦ ਇਹ ਅਸੀਂ ਲਗਾਤਾਰ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਇਹਨਾਂ ਤਸਵੀਰਾਂ ਦੇ ਨਾਲ ਪੂਰਾ ਅਪਡੇਟ ਵੀ ਤੁਹਾਨੂੰ ਦਈਏ ਕਿ ਆਖਿਰ ਕੀ ਕੁਝ ਉੱਥੇ ਇੰਤਜ਼ਾਮ ਕੀਤੇ ਗਏ ਨੇ। ਕਾਬਿਲ ਗੌਰ ਵੀ ਹੈ ਕਿ ਜ਼ਬਰਦਸਤ ਬਲਾਸਟ ਹੋਏਗਾ। ਜਿਹੜੇ ਲੋਕ ਪੰਚਕੂਲਾ ਮੋਹਾਲੀ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਯਾਦ ਹੋਏਗਾ ਕਿ ਇੱਕ ਵਾਰੀ ਰਨਬੈਕਸੀ ਦੇ ਜਿਹੜਾ ਇੱਥੇ ਫੈਕਟਰੀ ਰਨਬੈਕਸੀ ਦੀ ਮੋਹਾਲੀ ਦੇ ਵਿੱਚ ਉੱਥੇ ਬਲਾਸਟ ਹੋਇਆ ਸੀ। ਤਾਂ ਮੋਹਾਲੀ ਦੇ ਵਿੱਚ ਰਨਬੈਕਸੀ ਹੈ ਤੇ ਉਸਦਾ ਅਸਰ ਜਾਂ ਕਹੀਏ ਕਿ ਆਵਾਜ਼ ਚੰਡੀਗੜ੍ਹ ਦੇ ਕੋਨੇ-ਕੋਨੇ ਦੇ ਵਿੱਚ ਸੁਣਾਈ ਦਿੱਤੀ ਸੀ। ਮੈਂ ਐਗਜ਼ਾਮਪਲ ਇਸ ਕਰਕੇ ਦੇ ਰਿਹਾ ਉਦਾਹਰਨ ਤਾਂ ਕਿ ਇਹ ਅਸੀਂ ਦੱਸ ਸਕੀਏ ਕਿ ਜਦੋਂ ਇਹ ਬਲਾਸਟ ਹੋਏਗਾ ਤਾਂ ਇਸ ਦਾ ਕਿੰਨਾ ਅਸਰ ਜਾਂ ਕਿੰਨੀ ਦੂਰ ਤੱਕ ਇਸ ਦੀਆਂ ਆਵਾਜ਼ਾਂ ਸੁਣਨ ਨੂੰ ਮਿਲ ਸਕਦੀਆਂ ਨੇ ਔਰ ਕਰੀਬ 10 ਕਿਲੋਮੀਟਰ ਤੱਕ ਜਿਹੜੀ ਵਿਸਫੋਟ ਦੀ ਆਵਾਜ਼ ਸੁਣਾਈ ਦੇਗੀ। ਔਰ ਜਿਹੜੀਆਂ ਨੇੜੇ ਦੀਆਂ ਬਿਲਡਿੰਗਸ ਨੇ ਟੋਟਲ ਖਾਲੀ ਕਰਵਾ ਦਿੱਤੀਆਂ ਗਈਆਂ ਨੇ। 11 ਵਜੇ ਤੋਂ ਬਾਅਦ ਉੱਥੇ ਕੋਈ ਐਂਟਰੀ ਨਹੀਂ ਹੈ। 6 ਲੋਕਾਂ ਦੀ ਇੱਕ ਟੀਮ ਲਗਾਈ ਗਈ ਜੋ ਪੂਰੇ ਏਰੀਏ ਦੇ ਵਿੱਚ ਘੁੰਮ ਕੇ ਫਿਲਹਾਲ ਇਹ ਚੈੱਕ ਕਰ ਰਹੀ ਹੈ ਕਿ ਕੋਈ ਅੰਦਰ ਰਹਿ ਤਾਂ ਨਹੀਂ ਗਿਆ ਜਾਂ ਕੋਈ ਜਾਣਬੁੱਝ ਕੇ ਉੱਥੇ ਤਾਂ ਨਹੀਂ ਰਹਿ ਗਿਆ ਔਰ ਇਸ ਕਰਕੇ ਪੂਰੇ ਏਰੀਏ ਨੂੰ ਖਾਲੀ ਕਰਵਾ ਦਿੱਤਾ ਗਿਆ। ਉਸ ਰੋਡ ਨੂੰ ਬਲੌਕ ਕਰ ਦਿੱਤਾ ਗਿਆ, ਰੂਟਸ ਡਾਈਵਰਟ ਕਰ ਦਿੱਤੇ ਗਏ ਨੇ
10 ਕਿਲੋਮੀਟਰ ਦਾ ਪੂਰਾ ਇਲਾਕਾ ਨੋ ਫਲਾਈ ਜ਼ੋਨ, ਯਾਨੀ ਕੋਈ ਜਹਾਜ਼ ਉਸ ਦੇ ਉੱਤੋਂ ਨਹੀਂ ਲੰਘ ਸਕੇਗਾ। ਇਹ ਵੀ ਤੈਅ ਕਰ ਦਿੱਤਾ ਗਿਆ ਹੈ। ਜਿਹੜਾ ਪ੍ਰਦੂਸ਼ਣ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਬਹੁਤ ਐਕਟਿਵ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ 50 ਟੈਂਕਰ ਆਲਰੇਡੀ ਉੱਥੇ ਪਹੁੰਚਾਏ ਜਾ ਰਹੇ ਨੇ ਤਾਂ ਕਿ ਜਿਵੇਂ ਬਲਾਸਟ ਹੁੰਦਾ ਤਾਂ ਉਸ ਤੋਂ ਬਾਅਦ ਪਾਣੀ ਦਾ ਛਿੜਕਾਅ ਕਰਕੇ ਜਿਹੜਾ ਧੂਆਂ ਗੁਬਾਰ ਉੱਠ ਰਿਹਾ ਹੋਏਗਾ ਉਸ ਨੂੰ ਬਿਠਾਇਆ ਜਾ ਸਕੇ ਤਾਂ ਕਿ ਪ੍ਰਦੂਸ਼ਣ ਹਵਾ ਦੇ ਵਿੱਚ ਨਾ ਘੁਲੇ। ਉਸ ਤੋਂ ਬਾਅਦ ਕਰੀਬ ਅੱਧੀ ਦਰਜਨ ਤੋਂ ਜ਼ਿਆਦਾ ਜਿਹੜੀਆਂ ਸਮੋਕ ਮਸ਼ੀਨਸ ਹੁੰਦੀਆਂ ਨੇ ਉਹ ਵੀ ਉੱਥੇ ਲਗਾਈਆਂ ਗਈਆਂ ਨੇ ਤਾਂ ਕਿ ਜਿਹੜੀ ਧੂਏ, ਕਿਉਂਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਇਸ ਦੇ ਉੱਤੇ ਖਾਸੀ ਨਜ਼ਰ ਰੱਖ ਰਿਹਾ ਹੈ। ਖੈਰ 21 ਮਿੰਟ ਦਾ ਸਮਾਂ, 21 ਮਿੰਟ ਬਾਅਦ ਧਮਾਕਾ ਹੋਏਗਾ। ਤੁਹਾਨੂੰ ਦੱਸ ਦਈਏ ਕਿ ਧਮਾਕੇ ਦੇ ਲੈ ਕੇ ਕੀ ਕੁਝ ਤਿਆਰੀਆਂ ਨੇ। ਜੋ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਰਹੇ ਸੀ ਕਿ ਪਹਿਲਾਂ ਵੱਜਣੀਆਂ ਇੱਕ ਰੈੱਡ ਲਾਈਟ ਆਏਗੀ, ਉਸ ਤੋਂ ਬਾਅਦ ਗ੍ਰੀਨ ਆਏਗੀ, ਫਿਰ ਧਮਾਕਾ ਹੋਏਗਾ। ਔਰ ਇਹ ਵੀ ਕਾਬਿਲੇ ਗੌਰ ਹੈ ਕਿ ਬਜ਼ਰਸ ਵਜਾਏ ਜਾਣਗੇ, ਯਾਨੀ ਕਿ ਸਾਇਰਨ ਵੱਜਣਗੇ ਪਹਿਲਾਂ 3 ਤੇ ਉਸ ਤੋਂ ਬਾਅਦ ਇਹ ਬਲਾਸਟ ਹੋਏਗਾ। ਇੱਕ ਤਰੀਕੇ ਨਾਲ ਸਾਇਰਨ ਜਦੋਂ ਵੱਜੇ ਤਾਂ ਉਸ ਦਾ ਮਤਲਬ ਇਹ ਹੋਏਗਾ ਕਿ ਬਿਲਕੁਲ ਸਭ ਕੁਝ ਰੈਡੀ ਹੈ। 3700 ਕਿਲੋਗ੍ਰਾਮ ਵਿਸਫੋਟ ਦਾ ਇਸਤੇਮਾਲ, 37 ਕੁਇੰਟਲ ਵਿਸਫੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਇਹਨਾਂ ਟਾਵਰਸ ਨੂੰ ਗਿਰਾਉਣ ਦੇ ਲਈ। 6 ਤਸਵੀਰਾਂ ਨੋਇਡਾ ਤੋਂ ਲਾਈਵ ਸਿੱਧੀਆਂ ਤਸਵੀਰਾਂ ਵੱਖ-ਵੱਖ ਕੈਮਰਿਆਂ ਦੇ ਜ਼ਰੀਏ। ਕੈਮਰਾ 1 ਤੁਹਾਨੂੰ ਦੂਰ ਤੋਂ ਦਿਖਾ ਰਹੇ ਹਾਂ ਬਿਲਡਿੰਗ, ਕੈਮਰਾ 2 ਵੱਖਰੇ ਐਂਗਲ ਤੋਂ ਦਿਖਾ ਰਹੇ ਹਾਂ, ਕੈਮਰਾ 3 ਦੇਖੋ ਤੁਸੀਂ ਬਿਲਕੁਲ ਨੇੜੇ ਦਿਖਾ ਰਹੇ ਹਾਂ। ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਟਵਿਨ ਟਾਵਰਸ ਦੇ ਬਿਲਕੁਲ ਸਾਹਮਣੇ ਅਸੀਂ ਕੈਮਰਾ ਉੱਥੇ ਲਗਾਇਆ ਤਾਂ ਕਿ ਤਸਵੀਰਾਂ ਤੁਹਾਡੇ ਤੱਕ ਪਹੁੰਚ ਸਕਣ। ਕੈਮਰਾ ਨੰਬਰ 4 ਜਿਹੜੀ ਚੌਥੀ ਤਸਵੀਰ ਤੁਸੀਂ ਦੇਖ ਰਹੇ ਹੋ ਬਿਲਕੁਲ ਆਪਣੀ ਸਕਰੀਨ ਦੇ ਖੱਬੇ ਵਾਲੇ ਪਾਸੇ ਨੀਚੇ, ਉੱਥੇ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਕਿ ਬਿਲਕੁਲ ਅਸਮਾਨ ਤੇ ਜਿਹੜਾ ਟੌਪ ਹੈ ਉਸ ਨੂੰ ਫੋਕਸ ਕੀਤਾ ਗਿਆ ਹੈ ਕਿ ਜਿਹੜੀਆਂ ਬਿਲਕੁਲ ਸਿਖਰ ਹੈ ਇਹਨਾਂ ਬਿਲਡਿੰਗਸ ਦਾ, ਉੱਥੇ ਕੀ ਕੁਝ ਇਸ ਸਮੇਂ ਮਾਹੌਲ ਹੈ, ਕਿਸ ਤਰੀਕੇ ਦੇ ਨਾਲ ਉਸ ਬਿਲਡਿੰਗ ਦੇ ਟੌਪ ਤੋਂ ਲੈ ਕੇ ਬਿਲਕੁਲ ਬਾਟਮ ਤੱਕ, ਉੱਪਰ ਤੋਂ ਲੈ ਕੇ ਹੇਠਾਂ ਤੱਕ ਕਿਸ ਤਰੀਕੇ ਨਾਲ ਬਿਲਡਿੰਗ ਜਦੋਂ ਡੇਗੀ ਜਾਂਦੀ ਹੈ, ਜਦੋਂ ਗਿਰੇਗੀ ਤਾਂ ਕਿਵੇਂ ਉਸ ਦੀਆਂ ਤਸਵੀਰਾਂ ਕੈਪਚਰ ਕਰੇਗਾ। ਇੱਕ ਪੰਜਵੀਂ ਤਸਵੀਰ ਕੈਮਰਾ ਨੰਬਰ 5 ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਬਿਲਕੁਲ ਨੇੜੇ ਤੋਂ ਫੋਕਸ ਕਰਕੇ ਤੁਹਾਨੂੰ ਦਿਖ ਰਿਹਾ ਹੋਏਗਾ ਉੱਥੇ ਜਿਵੇਂ ਬਿਲਕੁਲ ਬਿਲਡਿੰਗ ਦੇ ਅੰਦਰ ਫਲੈਟਸ ਹੁੰਦੇ ਨੇ, ਫਲੋਰਸ ਨਜ਼ਰ ਆ ਰਹੇ ਨੇ, 1 2 3 4 ਫਲੋਰ ਦੇਖੋ ਧਿਆਨ ਦੇ ਨਾਲ। ਤਾਂ ਇਹ ਪੰਜਵੀਂ ਤਸਵੀਰ ਹੈ। 6ਵੀਂ ਤਸਵੀਰ ਥੋੜੀ ਜਿਹੀ ਹੋਰ ਜ਼ੂਮ ਪਰ ਥੋੜੀ ਜਿਹੀ ਪੰਜਵੀਂ ਤਸਵੀਰ ਤੋਂ ਥੋੜੀ ਜਿਹੀ ਅਲੱਗ। ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਇੱਕ ਐਂਗਲ ਤੋਂ ਡਰੋਨ ਦੇ ਜ਼ਰੀਏ ਵੀ ਤੁਹਾਡੇ ਤੱਕ ਤਸਵੀਰਾਂ ਪਹੁੰਚਾਉਣ ਦੀ ਕੋਸ਼ਿਸ਼ ਹੈ ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਇੱਕ ਐਂਗਲ ਤੁਹਾਡੇ ਤੱਕ ਪਹੁੰਚਾ ਸਕੀਏ। ਟਾਈਮ ਬੰਬ ਟਵਿਨ ਟਾਵਰ ਦੇ ਵਿੱਚ ਫਿੱਟ ਹੋ ਚੁੱਕੇ ਨੇ 3700 ਕੁਇੰਟਲ, 3700 ਕਿਲੋ, 37 ਕੁਇੰਟਲ ਜਿਹੜਾ ਵਿਸਫੋਟਕ ਹੈ ਉਹ ਬਿਲਕੁਲ ਫਿੱਟ ਕੀਤਾ ਗਿਆ ਔਰ ਇੰਜੀਨੀਅਰਸ ਕਾਬਿਲੇ ਗੌਰ ਹੈ ਕਿ ਇਹਨੂੰ ਗਿਰਾਉਣ ਵਾਸਤੇ 18 ਕਰੋੜ ਰੁਪਇਆ ਲੱਗ ਰਿਹਾ ਹੈ ਔਰ ਅਦਾਲਤ ਦੇ ਹੁਕਮਾਂ ਤੋਂ ਬਾਅਦ 18 ਕਰੋੜ ਰੁਪਇਆ ਵੀ ਕੰਪਨੀ ਦੇਗੀ ਜਿਨ੍ਹਾਂ ਦੇ ਟਾਵਰ, ਜਿਨ੍ਹਾਂ ਨੇ ਗੈਰ ਕਾਨੂੰਨੀ ਟਾਵਰ ਬਣਾ ਦਿੱਤੇ। ਉਹ ਲੋਕ ਦੇਣਗੇ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ, ਉਹ ਲੋਕ ਦੇਣਗੇ ਜਿਨ੍ਹਾਂ ਨੇ ਲੋਕਾਂ ਦੀ ਗਾੜੀ ਕਮਾਈ ਦੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ, ਉਹ ਲੋਕ ਇਹ ਪੈਸਾ ਦੇਣਗੇ ਜਿਨ੍ਹਾਂ ਨੇ ਪਰਵਾਹ ਨਹੀਂ ਕੀਤੀ ਕਿ ਕੋਈ ਆਪਣੇ ਗਹਿਣੇ ਰੱਖ ਕੇ, ਕੋਈ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਲਗਾ ਰਿਹਾ ਹੈ, ਕੋਈ ਆਪਣੀਆਂ ਸੇਵਿੰਗਸ FD ਤੁੜਵਾ ਕੇ ਲੋਕਾਂ ਦੇ ਪੈਸੇ ਅਜਿਹੀਆਂ ਬਿਲਡਿੰਗਸ ਦੇ ਵਿੱਚ ਲੱਗਦੇ ਨੇ ਤੇ ਲੋਕ ਗੈਰ ਕਾਨੂੰਨੀ ਬਿਲਡਿੰਗਸ ਬਣਾ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਠੱਗ ਰਹੇ ਸੀ। ਅਦਾਲਤ ਨੇ ਕਿਹਾ ਹੈ, ਬਹੁਤ ਸਖਤ ਟਿੱਪਣੀਆਂ ਹੋਈਆਂ ਇਸ ਪੂਰੇ ਮਾਮਲੇ ਦੇ ਵਿੱਚ ਤੇ ਉਸ ਤੋਂ ਬਾਅਦ ਨਤੀਜਾ ਇਹ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਇਹ ਬਿਲਡਿੰਗ ਢਾਓ। ਇਹ ਬਿਲਡਿੰਗ ਗੈਰ ਕਾਨੂੰਨੀ ਹੈ, ਇਹ ਬਿਲਡਿੰਗ ਭ੍ਰਿਸ਼ਟਾਚਾਰ ਦੇ ਉੱਤੇ ਖੜੀ ਹੈ, ਇਹ ਬਿਲਡਿੰਗ ਲੋਕਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਰਹੀ ਹੈ, ਇਹ ਬਿਲਡਿੰਗ ਦੇ ਨਾਲ ਦੇਸ਼ ਦੇ ਸੰਵਿਧਾਨ ਦੇ ਮੁਤਾਬਿਕ ਨਹੀਂ ਬਣ ਸਕਦੀ ਸੀ। ਇਸ ਬਿਲਡਿੰਗ ਦੇ ਵਿੱਚ ਭ੍ਰਿਸ਼ਟਾਚਾਰ ਹੋਇਆ ਔਰ ਜਿਹੜੇ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਉਹਨਾਂ ਤੇ ਵੀ ਐਕਸ਼ਨ ਦੇ ਆਦੇਸ਼ ਦਿੱਤੇ ਗਏ ਨੇ। ਔਰ ਇਹ ਬਿਲਡਿੰਗ ਆਪਸ ਦੇ ਵਿੱਚ ਦੋ ਟਵਿਨ ਟਾਵਰ ਤੋਂ ਨਜ਼ਰ ਆ ਰਹੇ ਨੇ, ਇਹਨਾਂ ਦੋਵਾਂ ਦੇ ਵਿਚਾਲੇ ਦੀ ਦੂਰੀ 16 ਮੀਟਰ ਹੋਣੀ ਚਾਹੀਦੀ ਹੈ, ਘੱਟੋ ਘੱਟ 16 ਮੀਟਰ, ਉਸ ਤੋਂ ਜ਼ਿਆਦਾ ਹੋਵੇ ਕੋਈ ਗੱਲ ਨਹੀਂ। 16 ਮੀਟਰ ਘੱਟੋ ਘੱਟ ਦੂਰੀ ਚਾਹੀਦੀ ਹੈ। ਦੋ ਟਾਵਰ ਜਦੋਂ ਤੁਸੀਂ ਖੜੇ ਕਰਨੇ ਨੇ, ਇਹ ਦੇਸ਼ ਦੀਆਂ ਜਿਹੜੀਆਂ ਰੈਗੂਲੇਟਰੀ ਅਥਾਰਟੀਆਂ ਬਣੀਆਂ ਹੋਈਆਂ ਉਹਨਾਂ ਦੇ ਮੁਤਾਬਕ ਹੈ, ਪਰ ਇਹਨੇ ਟਾਵਰ ਬਣਾਉਣ ਵਾਲਿਆਂ ਨੇ ਕੋਈ ਪਰਵਾਹ ਕੀਤੀ ਹੀ ਨਹੀਂ। ਇਹਨਾਂ ਨੇ ਨਹੀਂ ਪਰਵਾਹ ਕੀਤੀ ਕਿ ਜਿੱਥੇ ਅਸੀਂ ਟਾਵਰ ਬਣਾ ਰਹੇ ਹਾਂ ਉਸ ਦੇ ਆਲੇ ਦੁਆਲੇ ਲੋਕ ਨੇ, ਜਿੱਥੇ ਅਸੀਂ ਟਾਵਰ ਬਣਾ ਰਹੇ ਹਾਂ ਇੱਥੇ ਤਾਂ ਕੋਈ ਗ੍ਰੀਨ ਇਲਾਕਾ ਸੀ, ਇੱਥੇ ਤਾਂ ਪਾਰਕ ਦੀ ਥਾਂ ਛੱਡੀ ਹੋਈ ਸੀ। ਇਹਨਾਂ ਨੇ ਪਰਵਾਹ ਨਹੀਂ ਕੀਤੀ ਕਿ ਜਿਹੜੇ ਲੋਕਾਂ ਦਾ ਪੈਸਾ ਅਸੀਂ ਲੈ ਕੇ ਇਸ ਬਿਲਡਿੰਗ ਨੂੰ ਬਣਾਉਣ ਦੇ ਵਿੱਚ ਲਗਾ ਰਹੇ ਹਾਂ ਉਹ ਲੋਕਾਂ ਦੀ ਕਮਾਈ ਖਰਾਬ ਹੋ ਜਾਏਗੀ, ਉਹ ਲੋਕ ਵਿਚਾਰੇ ਗੇੜੇ ਕੱਢਣਗੇ। ਔਰ ਲੋਕਾਂ ਦਾ ਇੱਥੋਂ ਤੱਕ ਇਲਜ਼ਾਮ ਹੈ ਕਿ ਜਦੋਂ ਸੁਪਰਟੈਕ ਦੇ ਦਫ਼ਤਰ ਜਾਂਦੇ ਸੀ ਤਾਂ ਸਿੱਧੇ ਮੂੰਹ ਗੱਲ ਨਹੀਂ ਕਰਦੇ ਸੀ, ਇਹ ਪੈਸੇ ਲੈ ਕੇ। ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਟਵਿਨ ਟਾਵਰ ਦੇ ਜਦੋਂ ਸਵਾਲ ਚੁੱਕਣੇ ਸ਼ੁਰੂ ਕੀਤੇ ਤਾਂ ਫਿਰ ਇਹ ਬਿਲਡਰ, ਆਮ ਤੌਰ ਤੇ ਬਿਲਡਰਾਂ ਦੇ ਉੱਤੇ ਸਵਾਲ ਉੱਠਦੇ ਨੇ ਕਿ ਇਹ ਜਾ ਕੇ ਫਿਰ ਸਿੱਧੇ ਮੂੰਹ ਗੱਲ ਨਹੀਂ ਕਰਦੇ। ਔਰ ਇਹ ਮੈਂ ਲਗਾਤਾਰ ਕਹਿ ਰਿਹਾ ਕਿ ਇੱਕ ਟਵਿਨ ਟਾਵਰ ਦਾ ਜ਼ਿਕਰ ਨਹੀਂ, ਇਹ ਬਹੁਤ ਸਾਰੇ ਟਾਵਰਸ ਦੀ, ਬਹੁਤ ਸਾਰੇ ਬਿਲਡਰਾਂ ਨੂੰ ਲੈ ਕੇ ਲੋਕਾਂ ਦੀਆਂ ਸ਼ਿਕਾਇਤਾਂ ਨੇ, ਕਿਉਂਕਿ ਬਿਲਡਰਸ ਦਾਅਵਾ ਕਰਦੇ ਨੇ ਲੋਕਾਂ ਦੇ ਲਈ ਤੇ ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਉੱਠਦੇ ਨੇ। ਔਰ ਇਹ ਬਸ ਟਵਿਨ ਟਾਵਰ ਥੋੜੀ ਦੇਰ ਦੇ ਵਿੱਚ ਡਿੱਗਣ ਵਾਲਾ ਹੈ। ਔਰ ਕਾਬਿਲੇ ਗੌਰ ਇਹ ਵੀ ਹੈ ਕਿ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਉਹ ਵੀ ਇਸ ਤੋਂ ਬਹੁਤ ਪਰੇਸ਼ਾਨ ਸੀ। ਜਿਹੜੀਆਂ ਨਾਲ ਦੀਆਂ ਸੁਸਾਇਟੀਆਂ ਨੇ ਉਹਨਾਂ ਨੇ ਜਦੋਂ ਖਰੀਦਿਆ ਕੋਈ ਫਲੈਟ ਉਸ ਟਾਵਰ ਦੇ ਵਿੱਚ, ਨਾਲ ਦੇ ਟਾਵਰਸ ਦੇ ਵਿੱਚ,
ਤਾਂ ਉੱਥੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਸਾਹਮਣੇ ਪਾਰਕ ਹੋਏਗਾ, ਇੱਥੇ ਕੋਈ ਬਿਲਡਿੰਗ ਕਦੇ ਨਹੀਂ ਬਣੇਗੀ, ਪਰ ਕਿਸੇ ਨੇ ਪਰਵਾਹ ਨਹੀਂ ਕੀਤੀ। ਉੱਥੇ ਬਿਲਡਿੰਗ ਬਣਾਉਣੀ ਸ਼ੁਰੂ ਕਰ ਦਿੱਤੀ। ਲੋਕ ਹਾਈ ਦੁਹਾਈ ਕਰਦੇ ਰਹੇ ਕਿ ਨਾ ਕਰੋ, ਇਹ ਇਲੀਗਲ ਹੈ, ਇਹ ਸਾਡੇ ਨਾਲ ਜਿਹੜੀ ਕਮਿਟਮੈਂਟ ਹੋਈ ਸੀ ਉਸ ਦੇ ਖਿਲਾਫ ਹੈ। ਦੇਖੋ ਸਾਡੇ ਕੋਲ ਨਕਸ਼ੇ ਦੇ ਵਿੱਚ ਤੇ ਗ੍ਰੀਨ ਏਰੀਆ ਬੋਲਦਾ ਹੈ, ਇੱਥੇ ਤੁਸੀਂ ਨਹੀਂ ਬਣਾ ਸਕਦੇ, ਸਾਡੇ ਘਰ ਨੂੰ ਆਉਣ ਵਾਲੀ ਹਵਾ ਬੰਦ ਹੋ ਜਾਏਗੀ, ਧੁੱਪ ਬੰਦ ਹੋ ਜਾਏਗੀ, ਸਾਡਾ ਸਾਹ ਲੈਣਾ ਔਖਾ ਹੋ ਜਾਏਗਾ। ਇਹਨਾਂ ਬਿਲਡਰਸ ਨੇ ਕੋਈ ਪਰਵਾਹ ਕੀਤੀ ਹੀ ਨਹੀਂ ਔਰ ਦੇਖਦੇ ਹੀ ਦੇਖਦੇ ਟਾਵਰ ਇੰਨਾ ਵੱਡਾ ਖੜਾ ਕਰ ਦਿੱਤਾ। ਬੇਸ਼ੱਕ ਇਹ ਟਾਵਰ ਬਹੁਤ ਦੂਰ ਤੋਂ ਨਜ਼ਰ ਆਉਂਦਾ ਹੋਵੇ, ਇਸ ਟਾਵਰ ਨੂੰ ਲੈ ਕੇ ਬਹੁਤ ਦਾਅਵੇ ਕੀਤੇ ਜਾਂਦੇ ਹੋਣ ਕਿ ਇਹ ਨੋਇਡਾ ਦਾ ਬਹੁਤ ਖੂਬਸੂਰਤ ਹੈ, ਨੋਇਡਾ ਦੀ ਪਹਿਚਾਨ ਹੈ, ਪਰ ਇਹ ਹੁਣ ਭ੍ਰਿਸ਼ਟਾਚਾਰ ਦੀ ਪਹਿਚਾਨ ਹੈ ਔਰ ਇਹ ਭ੍ਰਿਸ਼ਟਾਚਾਰ ਦੀ ਪਹਿਚਾਨ ਮਲਬੇ 'ਚ ਤਬਦੀਲ ਹੋਣ ਵਾਲੀ ਹੈ। ਬਸ 16 ਮਿੰਟ ਬਾਅਦ ਇੱਕ ਧਮਾਕਾ ਤੇ ਕੰਮ ਤਮਾਮ, ਇੱਕ ਧਮਾਕਾ ਤੇ ਭ੍ਰਿਸ਼ਟਾਚਾਰੀਆਂ ਦੇ ਜੋ ਵੀ ਉਹਨਾਂ ਦੇ ਮਨਸੂਬੇ ਸੀ ਉਸ ਦੇ ਉੱਤੇ ਬਿਲਕੁਲ ਇੱਕ ਕਰਾਰੀ ਸੱਟ, ਇੱਕ ਧਮਾਕਾ ਔਰ ਉਸ ਤੋਂ ਬਾਅਦ ਉਹਨਾਂ ਲੋਕਾਂ ਦੀ ਜਿੱਤ ਜਿਨ੍ਹਾਂ ਨੇ ਇੱਕ ਦਹਾਕੇ ਤੋਂ ਜ਼ਿਆਦਾ ਇਹਨਾਂ ਤਾਕਤਵਰ ਲੋਕਾਂ ਦੇ ਖਿਲਾਫ ਲੜਾਈ ਲੜੀ। ਇੱਕ ਧਮਾਕਾ ਤੇ ਸੰਵਿਧਾਨ ਸਭ ਤੋਂ ਉੱਚਾ, ਇਹ ਸਾਫ਼ ਹੋ ਜਾਏਗਾ। ਇੱਕ ਧਮਾਕਾ ਤੇ ਉਸ ਤੋਂ ਬਾਅਦ ਕਾਨੂੰਨ ਤੋਂ ਵੱਡਾ ਕੋਈ ਵੀ ਨਹੀਂ, ਨਾ ਤਾਂ ਇਹ ਟਵਿਨ ਟਾਵਰ ਤੇ ਨਾ ਹੀ ਟਵਿਨ ਟਾਵਰ ਦੇ ਮਾਲਕ, ਇਹ ਵੀ ਸਾਫ਼ ਹੋ ਜਾਏਗਾ। ਇੱਕ ਧਮਾਕਾ ਤੇ ਸਾਫ਼ ਹੋ ਜਾਣਾ ਹੈ ਕਿ ਲੋਕਾਂ ਦੀ ਗਾੜੀ ਕਮਾਈ ਦੇ ਉੱਤੇ, ਹੱਕ ਦੀ ਕਮਾਈ ਦੇ ਉੱਤੇ ਡਾਕੇ ਮਾਰਨ ਵਾਲੇ ਬਚ ਨਹੀਂ ਸਕਦੇ। ਇੱਕ ਧਮਾਕਾ ਹੋਏਗਾ ਔਰ ਇਹ ਮਲਬੇ 'ਚ ਤਬਦੀਲ ਹੋ ਜਾਏਗਾ। ਇੱਕ ਧਮਾਕਾ ਹੋਏਗਾ, 850 ਫਲੈਟਸ ਜਿਹੜੇ ਬਣਾਉਣ ਦੀ ਗੱਲ ਹੋ ਰਹੀ ਸੀ ਉਹ ਖਤਮ ਹੋ ਜਾਣਗੇ। ਇੱਕ ਧਮਾਕਾ ਹੋਏਗਾ ਤੇ ਇੰਨਾ ਮਲਬਾ ਇਕੱਠਾ ਹੋ ਜਾਏਗਾ ਕਿ ਉਹਨਾਂ ਨੂੰ ਉੱਥੋਂ ਹਟਾਉਣ ਦੇ ਲਈ 700 ਟਰੱਕ ਲੱਗਣਗੇ। 700 ਟਰੱਕ ਮਲਬਾ ਉੱਥੇ ਜੋ ਜਾਣਕਾਰੀ ਹੈ ਕਿ ਇਕੱਠਾ ਹੋ ਜਾਏਗਾ। ਖੈਰ ਬਹੁਤ ਸਾਰੇ ਲੋਕਾਂ ਦੇ ਅਰਮਾਨ ਵੀ ਹੋਣਗੇ ਕਿ ਇਹਨਾਂ ਟਾਵਰਸ ਦੇ ਵਿੱਚ ਅਸੀਂ ਜਿਹੜਾ ਫਲੈਟ ਬੁੱਕ ਕਰਵਾਇਆ ਸੀ ਹੁਣ ਸਾਨੂੰ ਕਦੇ ਨਹੀਂ ਮਿਲ ਸਕੇਗਾ, ਪਰ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਵੀ ਹੋਏਗੀ ਕਿ ਜੋ ਸਾਡੇ ਨਾਲ ਧੋਖਾ ਕੀਤਾ ਜਾ ਰਿਹਾ ਸੀ। ਬਹੁਤ ਸਾਰੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹ ਇਸ ਚੀਜ਼ ਦਾ ਵੀ ਜ਼ਿਕਰ ਕਰਦੇ ਨੇ ਕਿ ਅਸੀਂ ਤਾਂ EMIs ਦੇ ਰਹੇ ਸੀ, ਅਸੀਂ ਲਗਾਤਾਰ ਆਪਣੀਆਂ ਕਿਸ਼ਤਾਂ ਦੇ ਰਹੇ ਸੀ ਤੇ ਇੱਕ ਟਾਈਮ ਆ ਗਿਆ ਕਿ ਕਿਸ਼ਤਾਂ ਸਾਡੇ ਤੋਂ ਦੇਣੀਆਂ ਔਖੀਆਂ ਹੋ ਗਈਆਂ। ਕਿਉਂ ਔਖੀਆਂ ਹੋ ਗਈਆਂ? ਕਿਉਂਕਿ ਜੋ ਸ਼ਖਸ ਪੈਸੇ ਕਮਾ ਰਿਹਾ 20,000 30,000 40,000 50,000 ਤੇ ਉਹਦੇ ਵਿੱਚੋਂ ਇੱਕ 15-18,000 ਦੀ ਕਿਸ਼ਤ ਇਹਨਾਂ ਕੰਪਨੀਆਂ ਨੂੰ ਦੇਣੀ ਪੈਂਦੀ ਹੈ ਕਿ ਤੁਹਾਡਾ ਟਾਵਰ ਦੇ ਵਿੱਚ ਫਲੈਟ ਬਣ ਰਿਹਾ ਜੀ, ਪੈਸੇ ਜਮ੍ਹਾਂ ਕਰਵਾਉਂਦੇ ਰਹੋ ਤੇ ਉਸ ਤੋਂ ਬਾਅਦ ਤੁਹਾਨੂੰ ਟਾਵਰ ਦੇ ਵਿੱਚ ਫਲੈਟ ਮਿਲ ਜਾਏਗਾ। ਤਾਂ ਲੋਕ ਦਿੱਲੀ ਦੇ ਵਿੱਚ, ਆਮ ਤੌਰ ਤੇ ਮੈਂ ਦਿੱਲੀ ਦੀ ਕਹਾਣੀ ਤੁਹਾਨੂੰ ਦੱਸ ਰਿਹਾ, ਵੱਡੇ ਸ਼ਹਿਰਾਂ ਦੀ ਕਹਾਣੀਆਂ ਦਰਅਸਲ ਕਿ ਆਮ ਤੌਰ ਤੇ ਲੋਕ ਇੱਕ ਵੱਡੇ ਟਾਵਰ ਦੇ ਵਿੱਚ ਆਪਣਾ ਫਲੈਟ ਬੁੱਕ ਕਰ ਲੈਂਦੇ ਨੇ ਔਰ ਉਸ ਤੋਂ ਬਾਅਦ ਜਿਹੜੇ ਆਪ ਕਿਰਾਏ ਦੇ ਉੱਤੇ ਰਹਿ ਰਹੇ ਹੁੰਦੇ ਨੇ। ਜਿਵੇਂ ਪੰਜਾਬ ਤੋਂ ਕੋਈ ਚਲਿਆ ਗਿਆ ਦਿੱਲੀ ਦੇ ਵਿੱਚੋਂ ਕਿਸੇ ਥਾਂ ਦੇ ਉੱਤੇ ਨੌਕਰੀ ਕਰਦਾ ਹੋਏਗਾ ਔਰ ਉੱਥੇ ਆਪਣਾ ਇੱਕ ਫਲੈਟ ਪਰਿਵਾਰ ਦੇ ਨਾਲ ਕਿਰਾਏ ਦੇ ਉੱਤੇ ਲੈ ਕੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਤੇ ਫਿਰ ਨਾਲ ਕਮਾਈ ਕਰਕੇ ਥੋੜੇ ਜਿਹੇ ਪੈਸੇ ਜੋੜ ਕੇ ਨੋਇਡਾ ਜਾਂ ਫਿਰ ਫਰੀਦਾਬਾਦ ਗੁੜਗਾਉਂ ਵਾਲੇ ਪਾਸੇ ਜਾ ਕੇ ਕੋਈ ਫਲੈਟ ਦੇਖ ਕੇ ਬੁੱਕ ਕਰਵਾ ਦਿੰਦੇ। ਇਹ ਆਮ ਤੌਰ ਤੇ ਬਹੁਤ ਸਾਰੇ ਤੁਹਾਡੇ ਘਰ ਦੇ ਜਾਂ ਤੁਸੀਂ ਖੁਦ ਵੀ ਇਸ ਤਰੀਕੇ ਨਾਲ ਕੋਈ ਫਲੈਟ ਬੁੱਕ ਕਰਵਾਇਆ ਹੋਏਗਾ। ਤਾਂ ਇਹ ਉਹੀ ਕਹਾਣੀਆਂ ਬਸ ਕਿ ਇੱਕ ਤਾਂ 20-25,000 ਰੁਪਏ ਦੀ EMI ਦਵੋ ਇਹਨਾਂ ਬਿਲਡਰਾਂ ਨੂੰ ਜਿਹੜੀ ਤੁਹਾਡੀ ਗੱਲ ਨਹੀਂ ਸੁਣਦੇ, ਜਿਹੜੇ ਤੁਹਾਨੂੰ ਟਿਚ ਜਾਣਦੇ ਨੇ ਤੇ ਨਾਲ ਤੁਹਾਨੂੰ ਕਿਰਾਇਆ ਭਰਨਾ ਪੈਂਦਾ ਜਿੱਥੇ ਤੁਸੀਂ ਰਹਿ ਰਹੇ ਹੁੰਦੇ ਹੋ। ਤਾਂ ਉਹ ਸਭ ਕਹਾਣੀ ਦੇ ਉੱਤੇ ਸੁਪਰੀਮ ਕੋਰਟ ਦਾ ਅਜਿਹਾ ਹੁਕਮ ਹੈ ਜੋ ਦੱਸਣ ਦੇ ਲਈ ਕਾਫੀ ਹੈ ਔਰ ਕੰਨ ਹੋਣਗੇ ਸਾਰਿਆਂ ਨੂੰ ਜਿਹੜੇ ਹੁਣ ਵੀ ਸੋਚਦੇ ਨੇ ਕਿ ਨਹੀਂ ਅਸੀਂ ਜਿਹੜਾ ਟਾਵਰ ਬਣਾ ਦਿੱਤਾ ਬਸ ਇੱਥੋਂ ਕੁਝ ਨਹੀਂ ਹੋਣਾ, ਜਿਨ੍ਹਾਂ ਦੇ ਅਸੀਂ ਪੈਸੇ ਲੈ ਲਏ ਰੱਖ ਲਏ, ਕੋਈ ਪਰਵਾਹ ਨਹੀਂ ਕਰਨੀ। ਇਹ ਉਹਨਾਂ ਦੇ ਲਈ ਵੀ ਇੱਕ ਸਬਕ ਹੈ ਕਿ ਜੇਕਰ ਤੁਸੀਂ ਲੋਕਾਂ ਦੇ ਪੈਸਿਆਂ ਦੇ ਉੱਤੇ ਡਾਕਾ ਮਾਰ ਕੇ ਸੋਚੋ ਕਿ ਹੁਣ ਕੁਝ ਹੋ ਨਹੀਂ ਸਕਦਾ ਤਾਂ ਹੋ ਸਕਦਾ ਹੈ। ਜੇ ਅਜੇ ਵੀ ਨਹੀਂ ਯਕੀਨ ਤਾਂ 13 ਮਿੰਟ ਰੁਕੋ ਔਰ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਆਖਿਰ ਹੋ ਕੀ ਸਕਦਾ ਹੈ। 13 ਮਿੰਟ ਰੁਕੋ, ਪਤਾ ਲੱਗੇਗਾ ਕਿ ਦੇਸ਼ ਦਾ ਸੰਵਿਧਾਨ ਕਿੰਨਾ ਵੱਡਾ ਹੈ। 12 ਮਿੰਟ ਤੋਂ ਘੱਟ ਦਾ ਸਮਾਂ, 12-12.5 ਮਿੰਟ ਦਾ ਸਮਾਂ ਬਾਕੀ ਹੈ। 12 ਮਿੰਟ ਰੁਕੋ ਤੇ ਤੁਹਾਨੂੰ ਪਤਾ ਲੱਗੇਗਾ ਕਿ ਆਖਿਰ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਕਿਵੇਂ ਵੱਢੀਆਂ ਜਾਂਦੀਆਂ ਨੇ। 12 ਮਿੰਟ ਰੁਕੋ ਤੇ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰੀਕੇ ਦੇ ਨਾਲ ਭ੍ਰਿਸ਼ਟਾਚਾਰੀਆਂ ਦੇ ਉੱਤੇ ਸੁਪਰੀਮ ਕੋਰਟ ਦਾ ਡੰਡਾ ਚੱਲਦਾ ਏ। 12 ਮਿੰਟ ਰੁਕੋ ਤੇ ਤੁਹਾਨੂੰ ਇਹ ਤਾਜ ਦੇ ਪੱਤਿਆਂ ਦੇ ਵਾਂਗ ਉੱਡਦੇ ਟਾਵਰ ਦੇ ਵਿੱਚ ਪਤਾ ਲੱਗੇਗਾ ਕਿ ਆਖਿਰ ਜਿਹੜੇ ਲੋਕ ਭ੍ਰਿਸ਼ਟਾਚਾਰ ਕਰਕੇ ਸੋਚਦੇ ਨੇ ਅਸੀਂ ਕਰੋੜਾਂ ਕਮਾ ਲਏ ਤੇ ਹੁਣ ਕਰੋੜਾਂ ਦੇ ਵਿੱਚੋਂ ਲੱਖਾਂ ਦੇ ਕੇ ਬਚੇ ਰਹਾਂਗੇ, ਤਾਂ ਉਹਨਾਂ ਦੀਆਂ ਇਹ ਗੱਲਾਂ ਕਿਵੇਂ ਢਹਿ ਢੇਰੀ ਹੁੰਦੀਆਂ ਨੇ। ਕਹਿ ਰਹੇ ਟਾਵਰ ਨਹੀਂ ਬਲਕਿ ਹੁਣ ਲੋਕਾਂ ਦੀਆਂ ਨਜ਼ਰਾਂ ਇਹ ਟਾਵਰ ਨੂੰ ਬਣਾਉਣ ਵਾਲੇ, ਇਹਨਾਂ ਟਾਵਰਾਂ ਦੀ ਇਜਾਜ਼ਤ ਦੇਣ ਵਾਲੇ, ਲੋਕਾਂ ਦਾ ਪੈਸਾ ਹੜੱਪਣ ਵਾਲੇ ਸਭ ਦੇ ਉੱਤੇ ਨਜ਼ਰ ਹੋਏਗੀ ਕਿ ਹੁਣ ਉਹਨਾਂ ਦੇ ਨਾਲ ਕੀ ਹਸ਼ਰ ਕੀਤਾ ਜਾਂਦਾ ਹੈ। ਕਿ ਟਾਵਰ ਤਾਂ ਪਤਾ ਹੈ ਇਲੀਗਲ ਹੈ, ਟਾਵਰ ਪਤਾ ਹੈ ਕਿ ਇਹ ਗੈਰ ਕਾਨੂੰਨੀ ਹੈ, ਟਾਵਰ ਦਾ ਪਤਾ ਹੈ ਕਿ ਇਹ ਭ੍ਰਿਸ਼ਟਾਚਾਰ ਦੀਆਂ ਬੁਨਿਆਦਾਂ ਦੇ ਉੱਤੇ ਖੜਾ ਹੈ, ਪਰ ਟਾਵਰ ਨੂੰ ਬਣਾਉਣ ਵਾਲੇ ਕਿੱਥੇ ਨੇ ਕਿ ਉਹਨਾਂ ਦੇ ਉੱਤੇ ਸਖਤ ਐਕਸ਼ਨ ਹੋਏਗਾ, ਕਿ ਉਹਨਾਂ ਨੂੰ ਅਜਿਹਾ ਕੋਈ ਸਬਕ ਦਿੱਤਾ ਜਾਏਗਾ ਤਾਂ ਕਿ ਉਹ
ਅੱਗੇ ਤੋਂ ਕਿਸੇ ਅਜਿਹੇ ਲੋਕਾਂ ਦੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਨਾ ਕਰ ਸਕਣ। ਤਾਂ ਨੋਇਡਾ ਤੋਂ ਸਿੱਧੀਆਂ ਤਸਵੀਰਾਂ ਲਗਾਤਾਰ ਅਸੀਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ। 7 ਤਸਵੀਰਾਂ ਦੇਖੋ ਤੁਸੀਂ, ਅਲੱਗ-ਅਲੱਗ ਕੈਮਰੇ ਨੇ ਔਰ ਨਿਊਜ਼ 18 ਨੈਟਵਰਕ ਦੇ ਪੂਰੇ ਕੈਮਰੇ ਮੈਂ ਤੁਹਾਨੂੰ ਦੱਸਾਂ ਤਕਰੀਬਨ ਅਸੀਂ 60 ਕੈਮਰਿਆਂ ਦੇ ਨਾਲ ਇਹ ਪੂਰੀ ਕਵਰੇਜ ਕਰ ਰਹੇ ਹਾਂ। ਹਰ ਇੱਕ ਐਂਗਲ ਤੋਂ, ਨੇੜੇ ਤੋਂ ਦੂਰ ਤੋਂ, ਜਿੰਨੀ ਦੂਰ ਤੱਕ ਅਸੀਂ ਕੈਪਚਰ ਕਰ ਸਕਦੇ ਹਾਂ ਉਸ ਇੰਨੀ ਦੂਰ ਤੋਂ, ਤਾਂ ਕਿ ਕਿਵੇਂ ਤੁਹਾਨੂੰ 1 ਕਿਲੋਮੀਟਰ ਤੋਂ ਨਜ਼ਰ ਆਉਂਦਾ ਕੈਮਰਾ, 1 ਕਿਲੋਮੀਟਰ ਤੋਂ ਢਹਿ-ਢੇਰੀ ਹੁੰਦੀ ਹੋਈ ਇਮਾਰਤ ਕਿਵੇਂ ਦੀ ਨਜ਼ਰ ਆਉਂਦੀ ਹੈ, 2 ਕਿਲੋਮੀਟਰ ਤੋਂ 5 ਕਿਲੋਮੀਟਰ ਤੋਂ 10 ਕਿਲੋਮੀਟਰ ਤੇ ਕੀ ਅਸਰ ਨਜ਼ਰ ਆਉਂਦਾ ਹੈ, ਉਹ ਸਾਰਾ ਕੁਝ ਦਿਖਾਉਣ ਦੀ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਨੋਇਡਾ ਦੀਆਂ ਸਿੱਧੀਆਂ ਤਸਵੀਰਾਂ ਨਾਨ ਸਟਾਪ ਬਿਨਾਂ ਬ੍ਰੇਕ ਤੋਂ ਤੁਹਾਡੇ ਤੱਕ ਪੂਰੀ ਕਵਰੇਜ ਅਸੀਂ ਪਹੁੰਚਾ ਰਹੇ ਹਾਂ। ਬਸ ਟਵਿਨ ਟਾਵਰ ਡਿੱਗਣ ਵਾਲਾ ਹੈ, 11 ਮਿੰਟ ਬਾਕੀ ਨੇ ਔਰ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਬਹੁਤ ਸਾਰੇ ਲੋਕ ਵੀ ਉੱਥੇ ਇਕੱਠੇ ਹੋਏ ਨੇ। ਇਹ ਲੋਕ ਕੁਝ ਤਾਂ ਦੇਖਣ ਪਹੁੰਚੇ ਨੇ ਤੇ ਕੁਝ ਨੂੰ ਦੇਖਣਾ ਪੈ ਰਿਹਾ ਕਿਵੇਂ, ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਨੇੜੇ ਦੇ ਫਲੈਟਸ ਨੇ, ਟਾਵਰਸ ਨੇ, ਉੱਥੇ ਰਹਿੰਦੇ ਨੇ ਤੇ ਉਹਨਾਂ ਨੂੰ ਖਾਲੀ ਕਰਨ ਦੇ ਲਈ ਕਿਹਾ ਗਿਆ। ਔਰ ਕਾਬਿਲੇ ਗੌਰ ਇਹ ਵੀ ਹੈ ਕਿ ਜਦੋਂ ਤੁਹਾਡੇ ਘਰ ਦੇ ਸਾਹਮਣੇ ਕੋਈ ਇੰਨੀ ਵੱਡੀ ਇਮਾਰਤ ਨੂੰ ਡੇਗਣ ਦੀ ਤਿਆਰੀ ਹੋ ਰਹੀ ਹੋਵੇ ਤਾਂ ਤੁਹਾਡੇ ਵੀ ਦਿਲ ਦੇ ਅੰਦਰ ਬਹੁਤ ਸਾਰੇ ਖਦਸ਼ੇ ਹੋਣਗੇ। ਬਹੁਤ ਸਾਰੇ ਲੋਕ ਜਿਨ੍ਹਾਂ ਦਾ ਬਿਲਕੁਲ ਸਾਹਮਣੇ ਘਰ ਹੈ, ਇੱਕ ਪਰਿਵਾਰ ਨੂੰ ਅਸੀਂ ਸੁਣ ਰਹੇ ਸੀ, ਉਹ ਤਾਂ ਕਹਿ ਰਹੇ ਸੀ ਕਿ ਬਿਲਕੁਲ ਸਾਡੇ ਸਾਹਮਣੇ ਘਰ ਹੈ ਔਰ ਕੁਝ ਹੀ ਮੀਟਰ ਦੇ ਉੱਤੇ ਸਾਡਾ ਘਰ ਹੈ ਔਰ ਉਸ ਦੀ ਵਜ੍ਹਾ ਦੇ ਨਾਲ ਸਾਨੂੰ ਬਹੁਤ ਡਰ ਹੈ ਕਿ ਸਾਡੀ ਜਿਹੜੀ ਬਿਲਡਿੰਗ ਆ ਉਸ ਨੂੰ ਕੋਈ ਦਿੱਕਤ ਨਾ ਹੋਵੇ। ਖੈਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਨੇੜੇ ਦੇ ਟਾਵਰਸ ਨੇ ਉਹ ਅਰਥਕੁਏਕ ਰੈਜ਼ਿਸਟੈਂਸ ਹੁੰਦੇ ਨੇ, ਯਾਨੀ ਕਿ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਬਣਾਇਆ ਗਿਆ ਹੈ, ਜੋ ਜਾਣਕਾਰੀ ਸਾਡੇ ਕੋਲ ਹੈ ਕਿ ਜਿਹੜਾ ਜੇ ਭੂਚਾਲ ਆਉਂਦਾ ਤਾਂ ਉਸ ਨੂੰ ਵੀ ਝੱਲ ਸਕਣ। ਤਾਂ ਜੇ ਉਹ ਕੰਮ ਕਰੇਗਾ ਤਾਂ ਫਿਰ ਨੇੜੇ ਦੇ ਜਿਹੜੇ ਟਾਵਰਸ ਨੇ ਲਾਜ਼ਮੀ ਤੌਰ ਤੇ ਉਹਨਾਂ ਨੂੰ ਨੁਕਸਾਨ ਘੱਟ ਹੋਏਗਾ, ਪਰ ਇਹ ਕਿਹਾ ਜਾ ਰਿਹਾ ਕਿ ਨੁਕਸਾਨ ਉਹਨਾਂ ਨੂੰ ਹੋ ਸਕਦਾ ਹੈ। ਇਸ ਕਰਕੇ ਬਿਲਕੁਲ ਖਾਲੀ ਕਰਵਾਲੇ ਗਏ ਨੇ, ਕਵਰ ਕਰ ਦਿੱਤੇ ਗਏ ਨੇ, ਲੋਕਾਂ ਨੇ ਆਪਣੇ ਘਰਾਂ ਨੂੰ ਬਿਲਕੁਲ ਕਵਰ ਕਰ ਦਿੱਤਾ ਜਿਹੜੇ ਉੱਥੋਂ ਆ ਵੀ ਗਏ। ਔਰ ਬਹੁਤ ਸਾਰੇ ਪਰਿਵਾਰਾਂ ਨੇ ਇਹ ਵੀ ਕਿਹਾ ਕਿ ਅਸੀਂ ਪਿਛਲੇ 24-48 ਘੰਟਿਆਂ ਤੋਂ ਲਗਾਤਾਰ ਲੱਗੇ ਹੋਏ ਹਾਂ ਤਾਂ ਕਿ ਪੂਰਾ ਕਵਰ ਕਰ ਦਈਏ। ਜਿਹੜੇ ਲੋਕਾਂ ਦੇ ਘਰ ਦੇ ਏਸੀ ਬਾਹਰ ਲੱਗੇ, ਜਿਵੇਂ ਆਪਣਾ ਆਊਟਡੋਰ ਯੂਨਿਟ ਬਾਹਰ ਲੱਗਿਆ ਹੁੰਦਾ ਹੈ, ਤਾਂ ਲੋਕਾਂ ਨੇ ਕਿਹਾ ਕਿ ਅਸੀਂ ਉਹਨੂੰ ਬਿਲਕੁਲ ਜਿਵੇਂ ਆਪਾਂ ਵਿਦੇਸ਼ ਜਾਣ ਦੇ ਲਈ ਆਪਣਾ ਬੈਗ ਨਹੀਂ ਪੈਕ ਕਰਦੇ ਬਿਲਕੁਲ ਐਵੇਂ ਆਲੇ ਦੁਆਲੇ ਟੇਪ ਲਗਾ ਕੇ, ਉਸ ਤਰੀਕੇ ਨਾਲ ਲੋਕਾਂ ਨੇ ਕਿਹਾ ਕਿ ਅਸੀਂ ਆਪਣੇ ਏਸੀ ਜਿਹੜੇ ਬਾਹਰ ਆਊਟਡੋਰ ਯੂਨਿਟਸ ਨੇ, ਇਨਡੋਰ ਯੂਨਿਟਸ ਨੇ, ਉਹਨਾਂ ਨੂੰ ਪੂਰੀ ਤਰ੍ਹਾਂ ਪੈਕ ਕੀਤਾ ਹੈ। ਜਿਹੜੀਆਂ ਸਾਡੀਆਂ ਖਿੜਕੀਆਂ ਨੇ ਉਹ ਖਿੜਕੀਆਂ ਦੇ ਕੰਚ ਦੇ ਅੱਗੇ ਤੇ ਪਿੱਛੇ ਅਸੀਂ ਫੋਮ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜੇ ਝਟਕਾ ਬਹੁਤ ਜ਼ਿਆਦਾ ਹੁੰਦਾ ਤਾਂ ਉਹਨਾਂ ਨੂੰ ਬਚਾਇਆ ਜਾ ਸਕੇ। ਬਿਲਕੁਲ ਸਾਹਮਣੇ ਵਾਲੇ ਘਰਾਂ ਦਾ ਕੱਚ ਹੋਰ ਸਮਾਨ ਕਿੰਨਾ ਬਚੇਗਾ ਇਸ ਦੇ ਉੱਤੇ ਵੀ ਸਵਾਲ ਹੈ। ਜਿਹੜੇ ਲੋਕਾਂ ਦੇ ਉੱਤੇ ਦਰਵਾਜ਼ੇ ਜਾਂ ਖਿੜਕੀਆਂ ਉਸ ਵਾਲੇ ਪਾਸੇ ਹੈਗੀਆਂ ਨੇ, ਇਨਫੈਕਟ ਸਾਰੇ ਆਲੇ ਦੁਆਲੇ, ਉਹਨਾਂ ਨੇ ਕਿਹਾ ਕਿ ਅਸੀਂ ਇੱਕ ਤਰੀਕੇ ਨਾਲ ਆਪਣੇ ਦਰਵਾਜ਼ਿਆਂ ਨੂੰ ਬਿਲਕੁਲ 에ਅਰ ਟਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ 에ਅਰ ਟਾਈਟ ਕਰ ਦਿੱਤਾ ਜਾਵੇ ਤਾਂ ਕਿ ਕੋਈ ਦਿੱਕਤ ਨਾ ਹੋਵੇ। 에ਅਰ ਟਾਈਟ ਬਿਲਕੁਲ ਕਰਕੇ ਜਿਹੜਾ ਜਿਵੇਂ 에ਅਰ ਟਾਈਟ ਜਦੋਂ ਹੋ ਜਾਂਦਾ ਤਾਂ ਫਿਰ ਨਾ ਤਾਂ ਹਵਾ ਅੰਦਰ ਜਾਂਦੀ ਹੈ ਨਾ ਬਾਹਰ ਆਉਂਦੀ ਹੈ, ਤਾਂ ਉਸ ਤਰੀਕੇ ਦੀ ਸਿਚੁਏਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਕਿੰਨੀ ਕਾਮਯਾਬ ਰਹਿੰਦੀ ਹੈ ਕਿਉਂਕਿ ਬੜਾ ਜ਼ਬਰਦਸਤ ਧਮਾਕਾ ਹੋਏਗਾ 10 ਕਿਲੋਮੀਟਰ ਤੱਕ। ਜੇਕਰ ਇਸ ਧਮਾਕੇ ਦੀ ਆਵਾਜ਼ ਸੁਣੀ ਜਾਏਗੀ ਔਰ ਮਹਿਸੂਸ ਕੀਤਾ ਜਾਏਗਾ ਤਾਂ ਬਿਲਕੁਲ ਜਿਹੜੇ 100 ਮੀਟਰ 200 ਮੀਟਰ 400 ਮੀਟਰ ਦੇ ਉੱਤੇ ਘਰ ਨੇ, ਯਾਨੀ ਕਿ ਜਿਹੜੇ ਅੱਧੇ ਕਿਲੋਮੀਟਰ 1 ਕਿਲੋਮੀਟਰ ਦੇ ਏਰੀਆ ਦੇ ਵਿੱਚ ਘਰ ਹੈਗੇ ਨੇ, ਉਹਨਾਂ ਦੇ ਉੱਤੇ ਕਿੰਨਾ ਵੱਡਾ ਇੰਪੈਕਟ ਹੋਏਗਾ ਉਹ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ। ਉਸ ਤੋਂ ਬਾਅਦ ਜਿਹੜੇ 5 ਕਿਲੋਮੀਟਰ ਦਾ ਏਰੀਆ ਤਾਂ ਬਿਲਕੁਲ ਹਾਈ ਸੈਂਸਿਟਿਵ ਪਹਿਲਾਂ ਹੀ ਕਹਿ ਦਿੱਤਾ ਗਿਆ, ਇਸ ਕਰਕੇ ਪੂਰੇ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਸਿਕਿਉਰਿਟੀ ਕਰ ਦਿੱਤੀ ਗਈ ਹੈ। 8 ਮਿੰਟ ਬਾਕੀ ਨੇ, 8 ਮਿੰਟ ਬਾਅਦ ਜ਼ਬਰਦਸਤ ਧਮਾਕਾ ਔਰ ਧਮਾਕੇ ਦੀਆਂ ਲਾਈਵ ਤਸਵੀਰਾਂ ਨਿਊਜ਼ 18 ਪੰਜਾਬ ਦੇ ਉੱਤੇ ਤੁਸੀਂ ਦੇਖ ਸਕੋਗੇ। ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਬਿਲਡਿੰਗ ਦੇ ਨਾਲ ਜੁੜੇ ਹੋਏ ਤੱਥ, ਇਸ ਬਿਲਡਿੰਗ ਨੂੰ ਕਿਉਂ ਢਾਇਆ ਜਾ ਰਿਹਾ ਹੈ, ਇਸ ਬਿਲਡਿੰਗ ਨੂੰ ਢਾਉਣ ਦੀਆਂ ਤਸਵੀਰਾਂ ਅਲੱਗ-ਅਲੱਗ ਐਂਗਲ ਤੋਂ, ਉਹ ਸਭ ਕੁਝ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ। ਸਾਡੇ ਨਾਲ ਜੁੜੇ ਰਹੋ ਬਸ। ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਮੈਂ ਲਗਾਤਾਰ ਇਹ ਜ਼ਿਕਰ ਕਰ ਰਹੇ ਹਾਂ ਕਿ ਆਖਿਰ ਕਿਉਂ ਜ਼ਰੂਰੀ ਹੈ, ਆਖਿਰ ਅੱਜ ਇਹ ਤਸਵੀਰਾਂ ਪੂਰਾ ਦੇਸ਼ ਕਿਉਂ ਦੇਖ ਰਿਹਾ ਹੈ। ਇਸ ਕਰਕੇ ਦੇਖ ਰਿਹਾ ਹੈ ਕਿਉਂਕਿ ਇਹ ਟਵਿਨ ਟਾਵਰ ਬੇਸ਼ੱਕ 2 ਖੜੇ ਹੋਣ ਨੋਇਡਾ ਦੇ ਵਿੱਚ, ਪਰ ਇਹ ਸਾਰਿਆਂ ਦੀ ਕਹਾਣੀ ਬਿਆਨ ਕਰਦੇ ਨੇ। ਜਿਹੜੀਆਂ ਪਟੀਸ਼ਨਾਂ ਲੈ ਕੇ ਲੋਕ ਅਦਾਲਤਾਂ ਦੇ ਵਿੱਚ ਪਹੁੰਚੇ, ਸਿਰਫ ਇਹਨਾਂ ਟਾਵਰਸ ਨੂੰ ਲੈ ਕੇ ਨਹੀਂ, ਹੋਰ ਵੱਖ-ਵੱਖ ਟਾਵਰਸ ਨੂੰ ਲੈ ਕੇ, ਬਿਲਡਰਸ ਨੂੰ ਲੈ ਕੇ, ਤਾਂ ਉਹ ਸਭ ਦੀ ਕਹਾਣੀ ਬਿਆਨ ਕਰਦਾ ਹੈ। ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅੱਜ ਇਹ ਤਸਵੀਰਾਂ ਸਾਰੇ ਦੇਖਣ ਔਰ ਖਾਸ ਤੌਰ ਤੇ ਉਹ ਬਿਲਡਰ ਦੇਖਣ ਜਿਨ੍ਹਾਂ ਨੂੰ ਲੱਗ ਰਿਹਾ ਕਿ ਨਹੀਂ ਕੁਝ ਨਹੀਂ ਹੋ ਸਕਦਾ, ਕੁਝ ਨਹੀਂ ਹੁੰਦਾ ਔਰ ਕੋਈ ਪਰਵਾਹ ਨਹੀਂ। ਉਹਨਾਂ ਨੂੰ ਲੱਗਦਾ ਕਿ ਕਾਨੂੰਨ ਸਭ ਦੇ ਲਈ ਇੱਕੋ ਜਿਹਾ ਨਹੀਂ ਹੁੰਦਾ, ਜਿਨ੍ਹਾਂ ਨੂੰ ਇਹ ਲੱਗਦਾ ਕਿ ਪੈਸੇ ਦੇ ਕੇ ਕਰੋੜਾਂ ਕਮਾਲੇ ਲੱਖਾਂ ਦੇ ਕੇ ਅਸੀਂ ਬਚੇ ਰਹਾਂਗੇ। ਖੈਰ ਇਹ ਸਾਰੀਆਂ ਕਹਾਣੀਆਂ ਨੇ। ਬਹੁਤ ਸਾਰੇ ਲੋਕਾਂ ਦੇ